ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ, ਚਿੰਤਾ ਲਾ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲਿਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਝੱਜੈ ਝੂਰ ਮਰਹੁ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹਿਆ। ਦੇ ਦੇ ਵੇਖੈ ਹੁਕਮ ਚਲਾਏ, ਜਿਉ ਜੀਆਂ ਕਾ ਰਿਜ਼ਕ ਪਿਆ। ਦੇ ਦੇ ਵੇਖੈ ਹੁਕਮ ਚਲਾਏ, ਜਿਉ ਜੀਆਂ ਕਾ ਹੁਕਮ ਪਿਆ। ਜਿਉ ਜੀਆਂ ਕਾ ਰਿਜ਼ਕ ਪਿਆ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਕੁੱਲ ਕਾਇਨਾਤ ਦੇ ਰਹਿਬਰ, ਪਰਮ ਦਇਆਲੂ ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠ ਕੇ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੱਟੀ ਲਿਖੀ, ਜਿਸ ਦੀ ਵਿਚਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ, ਉਸ ਬਾਣੀ ਦੇ ਵਿੱਚੋਂ ਜੋ ਅੱਜ ਦਾ ਪਾਵਨ ਬਚਨ ਹੈ, ਝੱਜੈ ਝੂਰ ਮਰਹੁ ਕਿਆ ਪ੍ਰਾਣੀ, ਜੋ ਕਿਛ ਦੇਣਾ ਸੋ ਦੇ ਰਹਿਆ। ਦੇ ਦੇ ਵੇਖੈ ਹੁਕਮ ਚਲਾਏ, ਜਿਉ ਜੀਆਂ ਕਾ ਰਿਜ਼ਕ ਪਿਆ। ਸਤਿਗੁਰੂ ਜੀ ਸਮਝਾਉਂਦੇ ਪਏ ਨੇ, ਕਹਿੰਦੇ ਇਨਸਾਨ ਨੂੰ ਇਹ ਚਿੰਤਾ ਹੈ ਆਪਣੇ ਰਿਜ਼ਕ ਦੀ, ਰੋਟੀ ਦੀ। ਇਹ ਗੱਲ ਨਹੀਂ ਸਮਝਦਾ ਕਿ ਜਿਸ ਨੇ ਪੈਦਾ ਕੀਤਾ ਹੈ ਉਹ ਰਿਜ਼ਕ ਵੀ ਦੇ ਰਿਹਾ ਹੈ। ਜਿਸ ਤਰ੍ਹਾਂ ਪ੍ਰਮਾਤਮਾ ਨੇ ਜੀਵ ਨੂੰ ਪੈਦਾ ਕੀਤਾ ਹੈ, ਉਹਦੀ ਖੁਰਾਕ ਵੀ ਨਾਲ ਹੀ ਪੈਦਾ ਕਰ ਦਿੱਤੀ ਹੈ। ਤੇ ਸਾਹਿਬ ਜੀ ਕਹਿੰਦੇ ਉਹ ਰਿਜ਼ਕ ਦੇ ਵੀ ਰਿਹਾ ਹੈ, ਪਾਲਣਾ ਕਰਦਾ ਪਿਆ ਹੈ। ਦੇ ਦੇ ਵੇਖੈ, ਵੇਖੈ ਦਾ ਮਤਲਬ ਇੱਥੇ ਦੇਖਣਾ ਨਹੀਂ, ਸੰਭਾਲ ਕਰਨੀ, ਸੰਭਾਲ ਵੀ ਕਰਦਾ ਪਿਆ ਹੈ। ਤੇ ਜਿਸ ਤਰ੍ਹਾਂ ਦਾ ਰਿਜ਼ਕ ਉਸ ਮਾਲਕ ਨੇ ਲਿਖ ਦਿੱਤਾ, ਉਹਦੇ ਅਕੋਰਡਿੰਗਲੀ ਪੈਦਾ ਕੀਤੇ ਹੋਏ ਸਾਰੇ ਜੀਵਾਂ ਨੂੰ ਉਹ ਰਿਜ਼ਕ
ਮਿਲਦਾ ਪਿਆ ਹੈ। ਪਰ ਇਹਦੇ ਬਾਵਜੂਦ ਵੀ ਇਸ ਗੱਲ ਨੂੰ ਨਾ ਸਮਝਦਾ ਹੋਇਆ ਇਨਸਾਨ ਝੂਰਦਾ ਪਿਆ ਹੈ। ਝੂਰਨ ਦਾ ਇੱਥੇ ਮਤਲਬ ਹੈ ਚਿੰਤਤ ਹੋਣਾ, ਚਿੰਤਾ ਕਰਦਾ ਪਿਆ ਹੈ ਰਿਜ਼ਕ ਦੀ। ਸਤਿਗੁਰੂ ਜੀ ਕੀ ਸਮਝਾਉਂਦੇ ਪਏ ਨੇ, ਇਹ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜਦੋਂ ਕਿਸੇ ਜੀਵ ਨੂੰ ਪਰਮਾਤਮਾ ਇਸ ਦੁਨੀਆ ਦੇ ਵਿੱਚ ਭੇਜਦਾ ਹੈ, ਉਸ ਜੀਵ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਮਾਲਕ ਉਸ ਦੀ ਖੁਰਾਕ ਦਾ ਪ੍ਰਬੰਧ ਕਰ ਦਿੰਦਾ ਹੈ। ਬਾਣੀ ਪੜ੍ਹਾਂਗੇ ਤੇ ਬਾਣੀ ਦੇ ਵਿੱਚੋਂ ਸਾਨੂੰ ਦਰਸ਼ਨ ਹੋਣਗੇ। ਸਤਿਗੁਰੂ ਜੀ ਕਹਿੰਦੇ, ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ। ਇਹਦਾ ਮਤਲਬ ਹੈ ਕਿ ਹੇ ਮਾਲਕ, ਤੇਰਾ ਸਿਸਟਮ ਇੰਨਾ ਕੁ ਪਰਫੈਕਟ ਹੈ ਕਿ ਜਦੋਂ ਤੂੰ ਕਿਸੇ ਜੀਵ ਨੂੰ ਇਸ ਸੰਸਾਰ ਤੇ ਭੇਜਣਾ ਹੁੰਦਾ ਹੈ, ਉਹਦੇ ਇਸ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਤੂੰ ਉਹਦੇ ਰਿਜ਼ਕ ਦਾ, ਉਹਦੀ ਖੁਰਾਕ ਦਾ ਪ੍ਰਬੰਧ ਕਰ ਦਿੰਦਾ ਹੈ। ਪਿੱਛੋਂ ਦੇ ਤੈਂ ਜੰਤ ਉਪਾਹਾ। ਕਿਤੇ ਵੀ ਧਿਆਨ ਮਾਰ ਕੇ ਦੇਖ ਲਓ, ਆਪਣੇ ਆਸ-ਪਾਸ ਜਾਂ ਆਪਣੇ ਵੱਲ ਜਾਂ ਪਸ਼ੂ ਪੰਛੀਆਂ ਵੱਲ, ਕਿਤੇ ਵੀ ਨਜ਼ਰ ਮਾਰ ਕੇ ਦੇਖ ਲਓ, ਪਰਮਾਤਮਾ ਜੀਵ ਬਾਅਦ ਵਿੱਚ ਪੈਦਾ ਕਰੇਗਾ, ਪਹਿਲਾਂ ਉਹਦੀ ਖੁਰਾਕ ਦਾ ਪ੍ਰਬੰਧ ਹੋਏਗਾ। ਬੱਚੇ ਦਾ ਜਨਮ ਬਾਅਦ ਵਿੱਚ ਹੋਏਗਾ, ਪਹਿਲਾਂ ਮਾਂ ਦੀ ਛਾਤੀ ਦੇ ਵਿੱਚ ਉਹਦੇ ਵਾਸਤੇ ਦੁੱਧ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ। ਮਾਲਕ ਖੁਰਾਕ ਦਾ ਪ੍ਰਬੰਧ ਪਹਿਲਾਂ ਕਰ ਦਿੰਦਾ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਬੱਚੇ ਨੂੰ ਕੋਈ ਚਿੰਤਾ ਨਹੀਂ ਹੈ ਖੁਰਾਕ ਦੀ। ਉਸਨੇ, ਮਾਲਕ ਨੇ ਆਪਣੇ ਸਿਸਟਮ ਦੇ ਅਕੋਰਡਿੰਗਲੀ ਉਹਦੀ ਖੁਰਾਕ ਪੈਦਾ ਕੀਤੀ ਹੋਈ ਹੈ, ਉਹਨੂੰ ਕੋਈ ਚਿੰਤਾ ਨਹੀਂ ਹੈ ਅਜੇ। ਪਰ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਤਿਵੇਂ ਤਿਵੇਂ ਚਿੰਤਾ ਜਿਹੜੀ ਹੈ ਨਾ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ, ਚਿੰਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਬੱਚੇ ਨੂੰ ਨਾ ਹੋਵੇ, ਮਾਤਾ ਪਿਤਾ ਨੂੰ ਉਹ ਚਿੰਤਾ ਲੱਗ ਜਾਂਦੀ ਹੈ। ਕਈ ਵਾਰ ਇਹ ਸੁਣਨ ਦੇ ਵਿੱਚ ਵੀ ਆਉਂਦਾ ਹੈ ਕਿ ਗਿਆਨੀ ਜੀ ਵੈਸੇ ਤਾਂ ਹੁਣ ਕੋਈ ਚਿੰਤਾ ਨਹੀਂ, ਪਰ ਪਹਿਲਾਂ ਜਦੋਂ ਬੱਚੇ ਛੋਟੇ ਸੀ ਉਦੋਂ ਇਹ ਚਿੰਤਾ ਸੀ ਕਿ ਇਹ ਪੜ੍ਹ ਲਿਖ ਜਾਣ, ਵੱਡੇ ਹੋ ਗਏ, ਸਟੱਡੀ ਕੰਪਲੀਟ ਕਰ ਲਈ, ਨੌਕਰੀ ਨਹੀਂ ਮਿਲਦੀ, ਜੌਬ ਨਹੀਂ ਮਿਲਦੀ ਪਈ, ਇਹ ਚਿੰਤਾ ਸੀ ਕਿ ਕਿਤੇ ਇਹਨਾਂ ਨੂੰ ਜੌਬ ਮਿਲ ਜਾਏ। ਜੌਬ ਮਿਲ ਗਈ, ਇਹ ਚਿੰਤਾ ਲੱਗ ਗਈ ਕਿ ਹੁਣ ਵਿਆਹ ਹੋ ਜਾਏ, ਵਿਆਹ ਹੋ ਗਿਆ, ਇਹ ਚਿੰਤਾ ਲੱਗ ਗਈ ਕਿ ਹੁਣ ਇਹਨਾਂ ਦੇ ਬੱਚੇ ਹੋ ਜਾਣ। ਸੋ ਇਹ ਚਿੰਤਾ ਆਪਣਾ ਰੂਪ ਜਿਹੜਾ ਨਾ ਉਹ ਹਮੇਸ਼ਾ ਚੇਂਜ ਕਰਦੀ ਰਹਿੰਦੀ ਹੈ। ਇਨਸਾਨ ਦਾ ਇਹ ਸਾਥ ਨਹੀਂ ਜੇ ਛੱਡਦੀ। ਇੱਕ ਆਮ ਇਨਸਾਨ ਇਸ ਜ਼ਿੰਦਗੀ ਦੇ ਵਿੱਚ ਇਸ ਚਿੰਤਾ ਦੇ ਕੋਲੋਂ ਆਪਣਾ ਪਿੱਛਾ ਨਹੀਂ ਜੇ ਛੁਡਵਾ ਪਾਉਂਦਾ। ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦਾ ਆਣ ਕੇ ਅੰਦਰ ਮਾਲੀ ਲੈਂਦੀ ਹੈ। ਸੋ ਇਸੇ ਤਰ੍ਹਾਂ ਦੀ ਨਾ ਇੱਕ ਬੜੀ ਪਿਆਰੀ ਕਹਾਣੀ ਪੜ੍ਹਨ ਨੂੰ ਮਿਲਦੀ ਹੈ। ਕਹਿੰਦੇ ਇੱਕ ਮਾਤਾ ਸੀ, ਉਹ ਮਾਈ ਵਿਚਾਰੀ ਰੋਂਦੀ ਰਹਿਣਾ ਉਹਨੇ ਸਾਰਾ ਦਿਨ, ਕਿਸੇ ਨਾ ਕਿਸੇ ਗੱਲ ਨੂੰ ਯਾਦ ਕਰਕੇ ਰੋਂਦੀ ਰਹਿਣਾ। ਤੇ ਉਹਦੇ ਜਿਹੜੇ ਨੇਬਰ ਸੀ ਉਹਨਾਂ ਨੇ ਦੇਖਣਾ ਤੇ ਇਹ ਮਹਿਸੂਸ ਕਰਨਾ ਕਿ ਯਾਰ ਪਤਾ ਨਹੀਂ ਕਿੰਨੀ ਕੁ ਮਾਤਾ ਦੁਖੀ ਹੈ, ਇਹ ਰੋਜ਼ਾਨਾ ਹੀ ਰੋਂਦੀ ਰਹਿੰਦੀ ਹੈ। ਤੇ ਇੱਕ ਦਿਨ ਉਹਦੇ ਗੁਆਂਢੀ ਨੇ ਪੁੱਛ ਲਿਆ, ਕਹਿਣ ਲੱਗੇ, ਮਾਤਾ ਤੂੰ, ਅਸੀਂ ਦੇਖਦੇ ਹਾਂ ਕਿ ਤੂੰ ਰੋਜ਼ਾਨਾ ਹੀ ਰੋਂਦੀ ਰਹਿੰਦੀ ਹੈ, ਤੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਸੁੱਕਦਾ ਹੀ ਨਹੀਂ ਹੈ, ਕੀ ਐਸਾ ਦੁੱਖ ਲੱਗਾ ਹੈ ਤੈਨੂੰ ਕਿ ਤੇਰਾ ਰੋਣਾ ਹੀ ਖਤਮ ਨਹੀਂ ਹੁੰਦਾ? ਤੇ ਉਹ ਮਾਤਾ ਫਿਰ ਉਹਨੂੰ ਦੱਸਦੀ ਹੈ, ਕਹਿੰਦੀ ਮੈਨੂੰ ਦੁੱਖ ਕੋਈ ਨਹੀਂ ਅਸਲ ਦੇ ਵਿੱਚ, ਇਹ ਨਹੀਂ ਕਿ ਮੈਂ ਦੁਖੀ ਹਾਂ ਮੈਂ ਤਾਂ ਰੋਂਦੀ ਪਈ ਹਾਂ। ਫਿਰ ਰੀਜ਼ਨ ਕੀ ਹੈ? ਰੋਣ ਦਾ ਰੀਜ਼ਨ ਤਾਂ ਇਹੀ ਹੋਏਗਾ ਨਾ ਕਿ ਬੰਦਾ ਦੁਖੀ ਹੈ, ਕੋਈ ਬੜੀ ਵੱਡੀ ਟ੍ਰੈਜਡੀ ਉਹਦੇ ਨਾਲ ਹੋ ਗਈ ਤਾਂ ਉਹ ਦੁਖੀ ਹੋ ਕੇ ਰੋਂਦਾ ਪਿਆ ਹੈ। ਕਹਿੰਦੀ ਦੁੱਖ ਮੈਨੂੰ ਕੋਈ ਨਹੀਂ, ਪਰ ਮੇਰੇ ਰੋਣ ਦਾ ਰੀਜ਼ਨ ਕੋਈ ਹੋਰ ਹੈ। ਕੀ ਰੀਜ਼ਨ ਹੈ? ਉਹ ਕਹਿੰਦੀ ਮੇਰੀਆਂ 2 ਕੁੜੀਆਂ, ਦੋਨੋਂ ਵਿਆਹੀਆਂ ਹੋਈਆਂ ਨੇ ਵੈਸੇ, ਤੇ ਜਿਹੜੀ ਇੱਕ ਕੁੜੀ ਹੈ ਉਹਦਾ ਹਸਬੈਂਡ ਜਿਹੜਾ ਹੈ ਨਾ, ਉਹਨਾਂ ਦਾ ਜਿਹੜਾ ਕੰਮ ਹੈ, ਜਿਹੜਾ ਬਿਜ਼ਨਸ ਹੈ, ਉਹ ਹੈ ਨੂਡਲਸ ਦਾ, ਨੂਡਲਸ ਬਣਾਉਂਦੇ ਨੇ ਉਹ। ਜਿਹੜੀ ਦੂਜੀ ਮੇਰੀ ਕੁੜੀ ਹੈ ਉਹਨਾਂ ਦਾ ਬਿਜ਼ਨਸ ਹੈ ਛਤਰੀਆਂ ਦਾ, ਅੰਬਰੇਲਾਜ਼, ਉਹ ਛਤਰੀਆਂ ਬਣਾਉਂਦੇ ਨੇ। ਜਿਸ ਦਿਨ ਤਾਂ ਮੀਂਹ ਪੈ ਰਿਹਾ ਹੋਵੇ ਉਸ ਦਿਨ ਮੈਨੂੰ ਇਹ ਚਿੰਤਾ ਹੁੰਦੀ ਹੈ ਕਿ ਮੇਰੀ ਵੱਡੀ ਕੁੜੀ ਜਿਹਦਾ ਕੰਮ ਨੂਡਲਸ ਦਾ ਹੈ,
ਮੀਂਹ ਪੈ ਰਿਹਾ ਹੈ, ਉਹਨਾਂ ਦਾ ਕੰਮ ਕਿਵੇਂ ਚੱਲੇਗਾ? ਧੁੱਪ ਲੱਗੇਗੀ, ਉਹ ਨੂਡਲਸ ਬਣਾਉਣਗੇ, ਧੁੱਪੇ ਸੁਕਾਉਣਗੇ, ਤਾਂ ਹੀ ਉਹ ਵਿਕਣਗੇ। ਮੀਂਹ ਪੈ ਰਿਹਾ ਤੇ ਸੁਕਾਉਣਗੇ ਕਿੱਥੇ? ਧੁੱਪ ਨਹੀਂ ਲੱਗੀ। ਸੋ ਤਾਂ ਕਰਕੇ ਮੈਂ ਚਿੰਤਾ, ਮੇਰੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ, ਮੈਨੂੰ ਉਹਨਾਂ ਦੀ ਚਿੰਤਾ ਸਤਾਉਂਦੀ ਹੈ। ਤੇ ਕਹਿੰਦੇ ਚਲੋ ਮੰਨ ਲਿਆ, ਠੀਕ ਹੈ, ਤੇ ਜਦੋਂ ਧੁੱਪ ਲੱਗਦੀ ਹੈ ਫਿਰ ਕਿਉਂ ਰੋਂਦੀ ਹੈ? ਕਹਿੰਦੀ ਫਿਰ ਮੇਰੇ ਰੋਣ ਦਾ ਰੀਜ਼ਨ ਇਹ ਹੁੰਦਾ ਹੈ ਕਿ ਜਿਹੜੀ ਮੇਰੀ ਛੋਟੀ ਕੁੜੀ ਹੈ, ਉਹਨਾਂ ਦਾ ਬਿਜ਼ਨਸ ਛਤਰੀਆਂ ਦਾ ਹੈ। ਜੇ ਧੁੱਪ ਲੱਗੀ ਰਹਿ ਗਈ, ਉਹਨਾਂ ਦੀਆਂ ਛਤਰੀਆਂ ਕਿਵੇਂ ਵਿਕਣਗੀਆਂ? ਬਿਜ਼ਨਸ ਕਿਵੇਂ ਚੱਲੇਗਾ? ਉਹਨਾਂ ਦੀ ਰੋਜੀ ਕਿਵੇਂ ਬਣੇਗੀ? ਸੋ ਇਹਦਾ ਮਤਲਬ ਇਹ ਹੋਇਆ ਕਿ ਇਨਸਾਨ ਜਿਹੜਾ ਹੈ ਨਾ, ਉਹ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਸੈਟਿਸਫਾਈ ਨਹੀਂ ਹੋ ਸਕਦਾ। ਤੇ ਉਹਨੇ ਬੜਾ ਪਿਆਰਾ ਜਵਾਬ ਦਿੱਤਾ ਜੀ, ਉਹਦੇ ਗਵਾਂਢੀ ਨੇ। ਕਹਿੰਦੇ ਮਾਤਾ, ਤੂੰ ਇਹ ਸੋਚ ਕੇ ਕਿ ਮੀਂਹ ਪੈ ਰਿਹਾ ਹੈ, ਮੇਰੀ ਵੱਡੀ ਕੁੜੀ ਦਾ ਬਿਜ਼ਨਸ ਕਿਵੇਂ ਚੱਲੇਗਾ, ਉਹਦੀ ਰੋਜੀ ਕਿਵੇਂ ਚੱਲੇਗੀ। ਦੂਜੀ ਵਾਸਤੇ ਸੋਚਦੀ ਆ ਕਿ ਧੁੱਪ ਲੱਗ ਗਈ, ਉਹਦਾ ਬਿਜ਼ਨਸ ਕਿਵੇਂ ਚੱਲੇਗਾ। ਤੂੰ ਨੈਗੇਟਿਵ ਨੂੰ ਛੱਡ ਕੇ ਪੋਜ਼ਿਟਿਵ ਕਿਉਂ ਨਹੀਂ ਸੋਚਦੀ? ਤੂੰ ਪੋਜ਼ਿਟਿਵ ਕਿਉਂ ਨਹੀਂ ਸੋਚਦੀ ਕਿ ਅੱਜ ਧੁੱਪ ਲੱਗੀ ਹੈ, ਮੇਰੀ ਵੱਡੀ ਕੁੜੀ ਜਿਹੜੀ ਹੈ ਨਾ, ਉਹ ਇਸ ਧੁੱਪ ਦਾ ਫਾਇਦਾ, ਬੈਨੀਫਿਟ ਲੈਂਦੀ ਹੋਈ ਕਾਫੀ ਨੂਡਲਸ ਤਿਆਰ ਕਰ ਲਏਗੀ, ਤਾਂ ਕਿ ਜੇਕਰ ਅਗਲੇ ਦਿਨਾਂ ਦੇ ਵਿੱਚ ਬਾਰਿਸ਼ ਵੀ ਸਟਾਰਟ ਹੋ ਜਾਏ ਤੇ ਉਹਦਾ ਬਿਜ਼ਨਸ ਜਿਹੜਾ ਨਾ, ਉਹ ਸਮੂਥਲੀ ਚੱਲਦਾ ਰਹੇ। ਤੇ ਜੇ ਬਾਰਿਸ਼ ਪੈ ਰਹੀ ਹੈ ਤੇ ਇਹ ਕਿਉਂ ਨਹੀਂ ਸੋਚਦੀ ਕਿ ਜਿਹੜੀ ਛੋਟੀ ਕੁੜੀ ਹੈ, ਇਸ ਬਾਰਿਸ਼ ਦੇ ਦੌਰਾਨ, ਇਸ ਸੀਜ਼ਨ ਦੇ ਵਿੱਚ ਉਹਦੇ ਜਿਹੜੇ ਅੰਬਰੇਲਾਜ਼ ਨੇ, ਛਤਰੀਆਂ ਨੇ, ਕਾਫੀ ਵਿਕ ਜਾਣ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪੋਜ਼ਿਟਿਵ ਕਿਉਂ ਨਹੀਂ ਸੋਚਦੀ? ਪ੍ਰੋਬਲਮ ਇੱਥੇ ਹੀ ਖੜੀ ਹੈ। ਰਿਜ਼ਕ ਦੇਣ ਵਾਲਾ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇ ਹੀ ਦੇਣਾ ਹੈ। ਭਗਤ ਧੰਨਾ ਜੀ ਦਾ ਸ਼ਬਦ ਪੜ੍ਹੋ। ਭਗਤ ਧੰਨਾ ਜੀ ਪਤਾ ਕੀ ਕਹਿੰਦੇ ਨੇ? ਕਹਿੰਦੇ ਇਨਸਾਨ ਇਸੇ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ। ਵੈਸੇ ਚਿੰਤਾ ਦੇ ਵੱਖ-ਵੱਖ ਰੂਪ ਨੇ ਸਾਧ ਸੰਗਤ। ਕਿਸੇ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਹੈ, ਪਰ ਇੱਕ ਕਾਮਨ ਚਿੰਤਾ ਹੈ ਨਾ ਜਿਹੜੀ, ਉਹ ਰਿਜ਼ਕ ਦੀ ਹੈ, ਰੋਜੀ ਦੀ ਹੈ, ਜਿਹੜੀ ਹਰ ਇੱਕ ਦੇ ਅੰਦਰ ਬੈਠੀ ਹੋਈ ਹੈ। ਹਰ ਇੱਕ ਇਨਸਾਨ ਇਸ ਚਿੰਤਾ ਦੇ ਵਿੱਚ ਹੈ, ਕੀ ਬਣੇਗਾ। ਭਗਤ ਧੰਨਾ ਜੀ ਕਹਿੰਦੇ ਦੇਖੋ, ਉਹ ਪ੍ਰਮਾਤਮਾ ਬੜਾ ਸਿਆਣਾ ਹੈ ਜਿਸ ਨੇ ਸਾਨੂੰ ਪੈਦਾ ਕੀਤਾ ਹੈ। ਤੇ ਉਹ ਕਹਿੰਦੇ ਤੂੰ ਉਹਦੀ ਯਾਦ ਵਿੱਚ ਜੁੜ। ਰੇ ਚਿਤ ਚੇਤਸ ਕੀ ਨਾ ਦਇਆਲ ਦਾ ਮੋਦਰ, ਬਿਭੈ ਨਾ ਜਾਣ ਸਕੋਏ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਅੱਗੇ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਕਹਿੰਦੇ ਮਾਂ ਦੇ ਗਰਭ ਦੇ ਵਿੱਚ ਬੱਚੇ ਦਾ ਨਿਵਾਸ ਹੋ ਗਿਆ ਜੀ। ਹੁਣ ਉਸ ਮਾਂ ਦੇ ਗਰਭ ਦੇ ਵਿੱਚ ਕੋਈ ਬਾਹਰੋਂ ਤੇ ਖੁਰਾਕ ਖਵਾਉਣ ਵਾਲਾ ਨਹੀਂ ਹੈ ਨਾ। ਇਹ ਥੋੜੀ ਨਾ ਕਿ ਪਿਤਾ ਜਿਹੜਾ ਹੈ ਉਹ ਖੁਰਾਕ ਪਹੁੰਚਾਉਂਦਾ ਪਿਆ ਹੈ। ਬਿਜ਼ਨਸ ਕਰਕੇ ਪਿਤਾ ਕਮਾਈ ਕਰਕੇ ਲਿਆ ਰਿਹਾ ਹੈ ਤੇ ਉਸ ਕਮਾਈ ਦੇ ਵਿੱਚੋਂ ਮਾਂ ਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਨੂੰ ਉਹ ਖੁਰਾਕ ਖਵਾਉਂਦਾ ਪਿਆ। ਇਦਾਂ ਥੋੜੀ ਨਾ ਹੈ। ਕੌਣ ਪਾਲਦਾ ਪਿਆ ਹੈ ਉੱਥੇ? ਉੱਥੇ ਉਹਨੂੰ ਰਿਜ਼ਕ ਪਹੁੰਚਾਉਣ। ਖੁਰਾਕ ਤਾਂ ਮਾਂ ਖਾ ਰਹੀ ਹੈ ਨਾ ਆਪਣੇ ਵਾਸਤੇ, ਖੁਰਾਕ ਤਾਂ ਮਾਂ ਆਪਣੇ ਵਾਸਤੇ ਖਾ ਰਹੀ ਹੈ ਨਾ, ਪਰ ਉਸ ਖੁਰਾਕ ਦੇ ਵਿੱਚੋਂ ਕੁਝ ਪੋਰਸ਼ਨ ਜਿਹੜਾ ਹੈ ਨਾ, ਉਹ ਬੱਚੇ ਨੂੰ ਵੀ ਮਿਲਦਾ ਪਿਆ ਹੈ। ਖੁਰਾਕ ਦਾ ਜੋ ਖਾਧਾ ਜਾ ਰਿਹਾ ਹੈ ਮਾਂ ਦੁਆਰਾ, ਉਸ ਖਾਧੀ ਖੁਰਾਕ ਦੇ ਵਿੱਚੋਂ ਕੁਝ ਹਿੱਸਾ ਬੱਚੇ ਨੂੰ ਪਹੁੰਚਦਾ ਪਿਆ। ਤੇ ਕੌਣ ਪਹੁੰਚਾਉਂਦਾ ਪਿਆ? ਮਾਂ ਪਹੁੰਚਾ ਰਹੀ ਹੈ ਆਪਣੇ ਆਪ? ਨਹੀਂ, ਉਹਨੂੰ ਰਿਜ਼ਕ ਪਹੁੰਚਾਉਣ ਵਾਲਾ ਭਗਤ ਧੰਨਾ ਜੀ ਕਹਿੰਦੇ ਪ੍ਰਮਾਤਮਾ ਹੈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਦੂਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਕੁੰਮੀ ਜਲ ਮਾਹੇ। ਕੁੰਮੀ, ਕਸ਼ੂ ਕੁੰਮੀ, ਪਾਣੀ ਦੇ ਵਿੱਚ ਰਹਿਣ ਵਾਲੀ ਫੀਮੇਲ, ਕੀ ਕਹਿੰਦੇ ਹੁੰਦੇ ਜੀ, ਟਰਟਲ ਕਹਿ ਰਹੀ ਹੈ ਜਾਂ ਟੋਟਸ ਕਹਿ ਲਈ, ਕੁਛ ਵੀ। ਉਹ ਕਹਿੰਦੇ ਪਾਣੀ ਦੇ ਵਿੱਚ ਰਹਿੰਦੀ ਹੈ, ਪਰ ਜਦੋਂ ਉਹ ਬੱਚੇ ਦਿੰਦੀ ਹੈ ਬਾਹਰ ਆ ਜਾਂਦੀ ਹੈ ਰੇਤ ਦੇ ਉੱਤੇ, ਬੱਚੇ ਦੇ ਕੇ ਫੇਰ ਚਲੀ ਜਾਂਦੀ ਹੈ ਪਾਣੀ ਦੇ ਅੰਦਰ। ਉਹ ਪਾਣੀ ਦੇ ਅੰਦਰ ਹੀ ਰਹਿ ਰਹੀ ਹੈ, ਬੱਚੇ ਬਾਹਰ ਪਲਦੇ ਪਏ ਨੇ। ਕੌਣ ਪਾਲਦਾ ਪਿਆ? ਭਗਤ ਧੰਨਾ ਜੀ ਕਹਿੰਦੇ ਕੌਣ ਪਾਲ ਰਿਹਾ ਹੈ ਉਹਨਾਂ ਨੂੰ ਜਿਹੜੇ ਬਾਹਰ ਨੇ? ਮਾਂ ਤੇ ਅੰਦਰ ਹੈ ਪਾਣੀ ਦੇ ਵਿੱਚ। ਇੱਕ ਗੱਲ ਇਹ ਹੈ ਕਿ ਉਹ ਪਾਣੀ 'ਚ ਹੈ। ਦੂਜੀ ਗੱਲ ਜਿਹੜੀ ਨਾਲ ਐਡ ਕੀਤੀ ਭਗਤ ਧੰਨਾ ਜੀ ਨੇ, ਕਹਿੰਦੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਤਨ ਤਿਸ ਬਾਹਰ ਦਾ ਮਤਲਬ ਬੱਚੇ ਬਾਹਰ ਨੇ ਰੇਤ ਦੇ ਉੱਤੇ। ਪੰਖ ਖੀਰ ਤਿੰਨ ਨਾਹੀ। ਖੀਰ ਦਾ ਮਤਲਬ ਹੁੰਦਾ ਹੈ ਦੁੱਧ। ਹੁਣ ਕਸ਼ੂ ਕੁੰਮੀ ਜਿਹੜੀ ਹੈ ਉਹ ਬੱਚਿਆਂ ਨੂੰ ਦੁੱਧ ਵੀ ਨਹੀਂ ਪਿਆ ਸਕਦੀ। ਕਿਉਂ ਨਹੀਂ ਪਿਆ ਸਕਦੀ? ਕਿਉਂਕਿ ਐਸੀ ਵਿਵਸਥਾ ਹੀ ਉਹਦੇ ਸਰੀਰ ਤੇ ਨਹੀਂ ਹੈ। ਪਰਮਾਤਮਾ ਨੇ, ਮਾਲਕ ਨੇ ਉਸਨੂੰ ਥਣ ਹੀ ਨਹੀਂ ਦਿੱਤੇ ਕਿ ਜਿਨ੍ਹਾਂ ਥਣਾਂ ਦੇ ਨਾਲ ਬਾਹਰ ਆਣ ਕੇ ਆਪਣੇ ਬੱਚਿਆਂ ਨੂੰ ਦੁੱਧ ਪਿਆ ਸਕੇ। ਤੇ ਫਿਰ ਕੌਣ ਪਾਲਦਾ ਪਿਆ? ਭਗਤ ਧੰਨਾ ਜੀ ਕਹਿੰਦੇ ਉਹ ਮਾਲਕ ਹੀ ਬਾਹਰ ਬੈਠੇ ਬੱਚਿਆਂ ਨੂੰ ਪਾਲਣ ਵਾਲਾ ਹੈ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੇ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੇ। ਕਹਿੰਦੇ ਉਹ ਪਰਮਾਤਮਾ ਉਹਨਾਂ ਨੂੰ ਪਾਲਦਾ ਪਿਆ। ਤੀਜੀ ਐਗਜ਼ਾਮਪਲ ਦਿੰਦੇ ਨੇ, ਪਤਾ ਕੀ ਕਹਿੰਦੇ?
ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਾਹੀ। ਪੱਥਰ ਦੇ ਵਿੱਚ ਮਾਲਕ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਤੇ ਜਿਹੜਾ ਪੱਥਰ ਦੇ ਅੰਦਰ ਜੀਵ ਬੈਠਾ ਹੋਇਆ ਹੈ, ਕੋਈ ਰਸਤਾ ਨਹੀਂ ਹੈ ਕਿ ਕੋਈ ਬਾਹਰੋਂ ਉਹਨਾਂ ਨੂੰ ਖੁਰਾਕ ਪਹੁੰਚਾ ਸਕੇ। ਸਾਨੂੰ ਨਹੀਂ ਪਤਾ ਕਿ ਪੱਥਰ ਦੇ ਅੰਦਰ ਜੀਵ ਪਲਦਾ ਪਿਆ ਹੈ, ਪਰ ਪਲ ਰਿਹਾ ਹੈ। ਕੌਣ ਪਾਲ ਰਿਹਾ ਹੈ? ਭਗਤ ਧੰਨਾ ਜੀ ਕਹਿੰਦੇ ਉਹ ਮਾਲਕ ਪਾਲਦਾ ਪਿਆ। ਤੇ ਜੇਕਰ ਉਹ ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੀ ਪਾਲਣਾ ਕਰ ਸਕਦਾ ਹੈ, ਪੱਥਰਾਂ ਦੇ ਵਿੱਚ ਪੈਦਾ ਕੀਤੇ ਹੋਏ ਜੀਵਾਂ ਦੀ ਪਾਲਣਾ ਕਰ ਸਕਦਾ ਹੈ, ਤੇ ਭਗਤ ਧੰਨਾ ਜੀ ਕਹਿੰਦੇ ਫਿਰ ਤੂੰ ਤਾਂ ਚੰਗਾ ਭਲਾ ਹੈ, ਤੈਨੂੰ ਤਾਂ ਸਰੀਰ ਪਰਮਾਤਮਾ ਨੇ ਬੜਾ ਖੂਬਸੂਰਤ ਦਿੱਤਾ ਹੈ, ਤੂੰ ਕਿਉਂ ਚਿੰਤਾ ਕਰਦਾ ਹੈ? ਤੇਰੀ ਵੀ ਉਹ ਪਾਲਣਾ ਕਰੇਗਾ। ਬਸ ਕਰਨਾ ਕੀ? ਇਹਦਾ ਮਤਲਬ ਇਹ ਨਹੀਂ ਲੈ ਲੈਣਾ ਸਾਧ ਸੰਗਤ ਕਿ ਅਸੀਂ ਵਿਹਲੇ ਬੈਠ ਜਾਈਏ ਘਰ ਦੇ ਵਿੱਚ ਕਿ ਜੀ ਪਰਮਾਤਮਾ ਆਪੇ ਪਾਲਣਾ ਕਰੇਗਾ। ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਭਾਵ ਇਹ ਹੈ ਕਿ ਤੂੰ ਆਪ ਆਪਣੀ ਕਮਾਈ ਕਰ, ਰਿਜ਼ਕ ਦੇਣਾ ਉਹਦੇ। ਕਹਿੰਦੇ ਨੇ ਨਾ, ਬੰਦੇ ਨੂੰ ਕਰਮ ਕਰਨਾ ਚਾਹੀਦਾ ਹੈ, ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਆਪਣਾ ਐਫਰਟ ਕਰਨਾ ਚਾਹੀਦਾ ਹੈ, ਰਿਜ਼ਕ ਉਸਨੇ ਦੇ ਹੀ ਜਾਣਾ ਹੈ। ਜਦੋਂ ਆਪਾਂ ਚਿੰਤਾ ਕਰਦੇ ਹਾਂ ਨਾ ਰਿਜ਼ਕ ਦੀ, ਇਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਵੱਧ ਪਾਉਣਾ ਚਾਹੁੰਦੇ ਹਾਂ, ਕੁਛ ਸਾਡੇ ਅੰਦਰ ਕੁਝ ਜ਼ਿਆਦਾ ਪਾਉਣ ਦੀ ਇੱਛਾ ਹੈ। ਇਹਨੂੰ ਸਤਿਗੁਰੂ ਜੀ ਗਲਤ ਕਹਿੰਦੇ ਪਏ ਨੇ। ਇਹ ਜਿਹੜੀ ਜ਼ਿਆਦਾ ਪਾਉਣ ਦੀ ਇੱਛਾ ਹੈ ਨਾ, ਤ੍ਰਿਸ਼ਨਾ ਜਿਹਨੂੰ ਕਹਿੰਦੇ, ਫਾਇਰ ਆਫ ਡਿਜ਼ਾਇਰ ਜਿਹਨੂੰ ਕਹਿੰਦੇ, ਸਤਿਗੁਰੂ ਜੀ ਕਹਿੰਦੇ ਇਹ ਗਲਤ ਹੈ। ਵੈਸੇ ਰਿਜ਼ਕ ਤੇ ਉਹ ਮਾਲਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚਾ ਹੀ ਰਿਹਾ ਹੈ। ਕਹਿੰਦੇ ਇੱਕ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਤੇ ਇੱਕ ਸਿੱਖ ਦਾ ਜ਼ਿਕਰ ਮਿਲਦਾ ਜੀ, ਨਾਰਾਇਣ ਦਾਸ। ਉਹ ਰੋਜ਼ਾਨਾ ਇਹਨਾਂ ਉਹਨੇ ਸੰਗਤ ਵਿੱਚ ਆਇਆ ਕਰਨਾ, ਕਥਾ ਕੀਰਤਨ ਹੋਣੀ, ਤੇ ਸਤਿਗੁਰਾਂ ਨੇ ਦੇਖਣਾ ਕਿ ਉਹ ਬੈਠਾ ਹੋਇਆ ਵੀ ਨਾ ਚਿੰਤਾ ਦੇ ਵਿੱਚ ਡੁੱਬਾ ਪਿਆ ਹੈ ਜੀ। ਹੋਣਾ ਤੇ ਇਦਾਂ ਚਾਹੀਦਾ ਸੀ ਕਿ ਜੇਕਰ ਉਹ ਸੰਗਤ ਵਿੱਚ ਆ ਗਿਆ ਤੇ ਉਹਦੀ ਚਿੰਤਾ ਦੂਰ ਹੋ ਜਾਏ, ਪਰ ਸਤਿਗੁਰੂ ਜੀ ਦੇਖਦੇ ਨੇ ਕਿ ਉਹਦਾ ਚਿਹਰਾ ਜਿਹੜਾ ਨਾ ਮੁਰਝਾਇਆ ਪਿਆ ਹੈ, ਚਿੰਤਾ ਦੇ ਵਿੱਚ ਹੈ। ਤੇ ਫਿਰ ਇੱਕ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ ਕੀ ਐਸੀ ਤੇਰੇ ਨਾਲ ਘਟਨਾ ਹੋ ਗਈ ਹੈ ਕਿ ਤੂੰ ਸੰਗਤ ਵਿੱਚ ਬੈਠਾ ਵੀ ਚਿੰਤਾ ਦੇ ਵਿੱਚ ਡੁੱਬਾ ਰਹਿਣਾ? ਤੇ ਉਹਨੇ ਫਿਰ ਦੱਸਿਆ, ਕਹਿਣ ਲੱਗਾ ਸਤਿਗੁਰੂ ਜੀ ਬਿਜ਼ਨਸ ਜਿਹੜਾ ਕੰਮ ਹੈ ਮੇਰਾ ਉਹ ਬੜਾ ਵਧੀਆ ਚੱਲਦਾ ਪਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੈਨੂੰ ਕੰਮ ਵੱਲੋਂ ਕੋਈ ਕੰਪਲੇਨ ਨਹੀਂ ਹੈ ਕਿ ਮੇਰਾ ਕੰਮ ਨਹੀਂ ਚੱਲਦਾ ਪਿਆ, ਚੱਲਦਾ ਪਿਆ। ਸਤਿਗੁਰੂ ਜੀ ਕਹਿੰਦੇ ਕਰਦਾ ਕੀ ਹੈ? ਕਹਿੰਦਾ ਜੀ ਖੇਤੀ ਕਰਦਾ, ਜਿਹੜੀ ਫਸਲ ਹੁੰਦੀ ਉਹਨੂੰ ਬਾਜ਼ਾਰ ਵਿੱਚ ਜਾ ਕੇ ਵੇਚ ਵੀ ਆਉਣਾ, ਥੋੜਾ ਬਹੁਤਾ ਵਪਾਰ ਵੀ ਕਰਦਾ। ਤੇ ਫਿਰ ਚਿੰਤਾ ਕਿਹੜੀ ਗੱਲ ਦੀ ਹੈ? ਜੇਕਰ ਤੇਰਾ ਬਿਜ਼ਨਸ ਕੰਮ ਚੰਗਾ ਚੱਲਦਾ ਪਿਆ, ਖੇਤੀ ਦਾ ਕੰਮ ਵਧੀਆ ਚੱਲਦਾ ਪਿਆ, ਤੂੰ ਬਾਜ਼ਾਰ ਵਿੱਚ ਜਾ ਕੇ ਫਸਲ ਵੇਚ ਵੀ ਆਉਣਾ ਹੈ, ਵਪਾਰ ਵੀ ਕਰਦਾ ਹੈ, ਫਿਰ ਪ੍ਰੋਬਲਮ ਕੀ? ਕਾਹਦੀ ਚਿੰਤਾ? ਐਸੀ ਕਿਹੜੀ ਚਿੰਤਾ ਦੇ ਵਿੱਚ ਹਮੇਸ਼ਾ ਤੂੰ ਡੁੱਬਾ ਰਹਿਣਾ ਹੈ? ਕੀ ਚੱਲਦਾ ਪਿਆ ਹੈ ਤੇਰੇ ਅੰਦਰ? ਤੇ ਉਹ ਕਹਿੰਦਾ ਪਾਤਸ਼ਾਹ ਜੀ ਗੱਲ ਇਹ ਹੈ ਕਿ ਮੇਰੇ 2 ਪੁੱਤਰ ਨੇ ਤੇ ਮੈਨੂੰ ਉਹਨਾਂ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। 2 ਪੁੱਤਰ ਨੇ, ਇਹ ਸਾਡੇ ਵਾਲੀ ਪ੍ਰੋਬਲਮ ਜੀ। 2 ਪੁੱਤਰ ਨੇ, ਉਹਨਾਂ ਦੀ ਮੈਨੂੰ ਚਿੰਤਾ ਸਤਾਉਂਦੀ ਰਹਿੰਦੀ ਹੈ। ਕਿਉਂ ਚਿੰਤਾ ਹੈ ਉਹਨਾਂ ਦੀ? ਉਹ ਆਲਸੀ ਬੜੇ ਨੇ, ਉਹ ਸਾਰਾ ਦਿਨ ਪਏ ਰਹਿੰਦੇ ਨੇ, ਲੰਮੇ ਪਏ ਰਹਿੰਦੇ ਨੇ, ਕਦੇ ਖਾ ਲਿਆ ਸੌਂ ਗਏ, ਖਾ ਲਿਆ ਬਸ ਇਹੀ ਕੰਮ, ਹੋਰ ਕੁਛ ਨਹੀਂ ਕਰਦੇ। ਇਹ ਚਿੰਤਾ ਮੈਨੂੰ ਸਤਿਗੁਰੂ ਜੀ ਨੂੰ ਕਹਿੰਦਾ ਸਤਾਉਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਤੂੰ ਚਿੰਤਾ ਨਾ ਕਰ, ਜਦੋਂ ਤੂੰ ਉਹਨਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਪਾਏਗਾ, ਅਜੇ ਤੂੰ ਆਪ ਕਰਦਾ ਪਿਆ, ਤੈਨੂੰ ਇਵੇਂ ਲੱਗਦਾ ਕਿ ਮੈਂ ਇਹਨਾਂ ਦਾ ਪਿਤਾ ਤੇ ਮੇਰਾ ਫਰਜ਼ ਹੈ ਇਹਨਾਂ ਦੀ ਪਾਲਣਾ ਕਰ। ਹਾਂ, ਪਿਤਾ ਦਾ ਫਰਜ਼ ਹੈ ਪਾਲਣਾ ਕਰਨੀ, ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈ। ਪਰ ਜਦੋਂ ਬੱਚੇ ਗਰੋਨ ਅਪ ਹੋ ਜਾਣ, ਵੱਡੇ ਹੋ ਜਾਣ, ਤੇ ਫਿਰ ਸਾਧ ਸੰਗਤ ਉਹਨਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਪਾਉਣ ਦਾ ਫਰਜ਼ ਵੀ ਪਿਤਾ ਦਾ ਹੈ। ਤੇ ਜਦੋਂ ਕਹਿੰਦੇ ਤੂੰ ਉਹਨਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਪਾ ਦੇਵੇਂਗਾ ਨਾ, ਫਿਰ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ, ਉਹ ਆਪੇ ਆਪਣੀ ਸਰਵਾਈਵਿੰਗ ਵਾਸਤੇ ਕੁਛ ਨਾ ਕੁਛ ਕਰਨਾ ਸ਼ੁਰੂ ਕਰ ਦੇਣਗੇ ਜਦੋਂ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਾਏਗਾ। ਜਦੋਂ ਤੱਕ ਤੂੰ ਇਹੀ ਸੋਚਦਾ ਰਿਹਾ ਕਿ ਮੈਂ ਪਾਲਦਾ ਪਿਆ, ਮੈਂ ਕਰਦਾ ਪਿਆ, ਉਦੋਂ ਤੱਕ ਤੇਰੇ ਅੰਦਰੋਂ ਇਹ ਚਿੰਤਾ ਖਤਮ ਹੋਣ ਵਾਲੀ ਨਹੀਂ। ਪਰ ਜਦੋਂ ਤੂੰ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਪਾਏਗਾ, ਉਹ ਕੁਝ ਨਾ ਕੁਝ ਆਪਣੇ ਜ਼ਿੰਦਗੀ ਦੇ ਲਈ ਕਰਨਾ ਜ਼ਰੂਰ ਸ਼ੁਰੂ ਕਰਨਗੇ। ਤੇ ਇਹ ਅਸਲੀਅਤ ਹੈ ਸਾਧ ਸੰਗਤ। ਇਨਸਾਨ ਸੋਚਦਾ ਹੈ ਕਿ ਮੇਰੇ ਕਰਕੇ ਮੇਰਾ ਪਰਿਵਾਰ ਪਲਦਾ ਪਿਆ ਹੈ, ਪਰ ਨਹੀਂ, ਅਸਲੀਅਤ ਕੁਝ ਹੋਰ ਹੈ। ਪਾਲਣ ਵਾਲਾ ਮਾਲਕ ਪਰਮਾਤਮਾ ਹੈ। ਤੇ ਜਦੋਂ ਇਨਸਾਨ ਇਸ ਗੱਲ ਨੂੰ ਸਮਝ ਲੈਂਦਾ ਹੈ, ਉਦੋਂ ਫਿਰ ਇਹਦੀ ਚਿੰਤਾ ਖਤਮ ਹੋ ਜਾਂਦੀ ਹੈ। ਹੁਣ ਜੇਕਰ ਚਿੰਤਾ ਤੋਂ ਛੁਟਕਾਰਾ ਪਾਉਣਾ ਹੈ ਨਾ, ਐਸੀ ਚਿੰਤਾ ਤੋਂ, ਤੇ ਸਤਿਗੁਰੂ ਜੀ ਕਹਿੰਦੇ ਫਿਰ ਇੱਕੋ ਹੀ ਤਰੀਕਾ ਹੈ। ਇੱਕੋ ਤਰੀਕਾ ਹੈ। ਉਹ ਤਰੀਕਾ ਕੀ ਹੈ? ਕਹਿੰਦੇ ਇੱਕ ਬੰਦਾ ਨਾ ਸੇਬ ਕੱਟਦਾ ਪਿਆ ਸੀ ਜੀ, ਸੇਬ ਕੱਟ ਰਿਹਾ ਸੀ, ਤੇ ਉਹਦੇ ਲਾਗੇ ਉਹਦਾ ਮਿੱਤਰ ਖੜਾ ਹੈ, ਦੇਖਦਾ ਪਿਆ ਹੈ। ਤੇ ਉਹਨੂੰ ਪਤਾ ਕੀ ਕਹਿੰਦਾ? ਕਹਿੰਦਾ ਧਿਆਨ ਨਾਲ, ਚਾਕੂ ਬੜਾ ਤਿੱਖਾ ਹੈ, ਨਾਈਫ ਬੜਾ ਤਿੱਖਾ ਹੈ, ਬੜਾ ਸ਼ਾਰਪ ਹੈ, ਧਿਆਨ ਦੇ ਨਾਲ। ਉਹ ਆਪਣੇ ਧਿਆਨ 'ਚ ਕੱਟਦਾ ਰਿਹਾ।
2-4 ਮਿੰਟ ਬਾਅਦ ਫਿਰ ਕਹਿੰਦਾ ਬੀ ਕੇਅਰਫੁਲ, ਨਾਈਫ ਇਜ਼ ਵੈਰੀ ਸ਼ਾਰਪ, ਬੜਾ ਤਿੱਖਾ, ਧਿਆਨ ਦੇ ਨਾਲ। ਇੱਕ ਲਾਗੇ ਹੋਰ ਬੰਦਾ ਖੜਾ ਸੀ, ਉਹਨੇ 2 ਵਾਰ ਜਦੋਂ ਸੁਣਿਆ ਨਾ ਤਾਂ ਉਹਨੂੰ ਬੜਾ ਮਹਿਸੂਸ ਹੋਇਆ ਕਿ ਬੱਚਾ ਹੋਵੇ, ਉਹਨੂੰ ਕਿਹਾ ਜਾਵੇ ਕਿ ਯਾਰ ਬੱਚੇ ਬੇਟਾ ਧਿਆਨ ਦੇ ਨਾਲ, ਚਾਕੂ ਤਿੱਖਾ ਹੈ, ਕਿਤੇ ਹੱਥ ਨਾ ਕੱਟ ਜਾਏ। ਗੱਲ ਸਮਝ ਚ ਆਉਂਦੀ ਹੈ, ਪਰ ਨੌਜਵਾਨ ਸਮਝਦਾਰ ਬੰਦਾ ਉਹ ਯੂਜ਼ ਕਰਦਾ ਪਿਆ ਹੈ, ਸੇਬ ਕੱਟਦਾ ਪਿਆ, ਤੇ ਉਹਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਤੂੰ ਧਿਆਨ ਦੇ ਨਾਲ, ਚਾਕੂ ਤਿੱਖਾ ਹੈ। ਉਹਦੇ ਕੋਲ ਰਿਹਾ ਨਾ ਗਿਆ, ਕਹਿਣ ਲੱਗਾ ਭਾਊ ਇੱਦਾਂ ਹੈ ਕਿ ਉਹ ਸਿਆਣਾ ਹੈ, ਉਹਨੂੰ ਸਮਝ ਹੈ, ਉਹਨੂੰ ਪਤਾ ਹੈ ਕਿ ਚਾਕੂ ਤਿੱਖਾ ਹੈ, ਉਹ ਧਿਆਨ ਦੇ ਨਾਲ ਹੀ ਕੰਮ ਕਰਦਾ ਪਿਆ। 2 ਮਿੰਟ ਲੰਘੇ ਜੀ, ਤੀਜੀ ਵਾਰ ਫੇਰ ਕਿਹਾ, ਕਹਿਣ ਲੱਗਾ ਧਿਆਨ ਦੇ ਨਾਲ, ਚਾਕੂ ਤਿੱਖਾ ਹੈ। ਜਦੋਂ ਤੀਜੀ ਵਾਰ ਉਹਨੇ ਕਹਿਣਾ ਤੇ ਉਂਗਲੀ ਕੱਟ ਗਈ, ਉਂਗਲੀ ਤੇ ਲੱਗ ਗਿਆ। ਹੁਣ ਇਹਦਾ ਭਾਵ ਕੀ ਹੈ ਸਾਧ ਸੰਗਤ? ਜੇ ਚਿੰਤਾ ਨੂੰ ਦੂਰ ਕਰਨਾ ਹੈ ਤੇ ਕਰਨਾ ਕੀ ਪਏਗਾ ਸਾਨੂੰ? ਚਾਕੂ ਨੇ ਤਿੱਖਾ ਹੀ ਹੋਣਾ ਹੈ। ਉਹ ਚਾਕੂ ਕਾਹਦਾ ਜਿਹੜਾ ਤਿੱਖਾ ਨਾ ਹੋਵੇ? ਬੀਬੀਆਂ ਸਬਜ਼ੀ ਕੱਟਦੀਆਂ ਨੇ, ਹੁਣ ਚਾਕੂ ਤਿੱਖਾ ਨਾ ਹੋਵੇ ਤੇ ਉਹਨਾਂ ਨੂੰ ਉਹ ਚਾਕੂ ਫੜਾ ਦਿੱਤਾ ਜਾਵੇ ਸਬਜ਼ੀ ਕੱਟਣ ਵਾਸਤੇ, ਤੇ ਕੱਟਣਾ ਵੀ ਅਦਰਕ ਪੈ ਜਾਏ, ਕਿੱਥੋਂ ਬੀਬੀਆਂ ਨੇ ਚੁੱਕ ਕੇ ਮਾਰਨਾ ਹੈ ਪਰੇ ਚਾਕੂ ਨੂੰ? ਇਹ ਚਾਕੂ ਹੈ ਕੋਈ? ਚੰਗਾ ਦੋ ਜਿਹੜਾ ਕੱਟਦਾ ਹੋਵੇ, ਤਿੱਖਾ ਹੋਵੇ। ਹੁਣ ਜੇਕਰ ਚਾਕੂ ਹੱਥ ਵਿੱਚ ਫੜਿਆ ਹੈ ਨਾ, ਤੇ ਇਹ ਡਿਪੈਂਡ ਸਾਡੇ ਤੇ ਕਰਦਾ ਹੈ ਕਿ ਉਸਨੂੰ ਯੂਜ਼ ਕਿਵੇਂ ਕਰਨਾ ਹੈ, ਯੂਜ਼ ਕਿਵੇਂ ਕਰਨਾ ਹੈ। ਜੇ ਤੁਹਾਡਾ ਹੱਥ ਡੋਲਦਾ ਪਿਆ ਹੈ, ਜੇ ਤੁਹਾਡਾ ਹੱਥ ਸ਼ਿਵਰ ਕਰਦਾ ਪਿਆ ਹੈ, ਤੇ ਫਿਰ ਜ਼ਰੂਰ ਤੁਹਾਡਾ ਹੱਥ ਕੱਟਿਆ ਜਾਏਗਾ। ਪਰ ਜੇਕਰ ਤੁਹਾਡਾ ਹੱਥ ਜਿਹੜਾ ਨਾ ਉਹ ਸਿੱਧਾ ਹੈ, ਬੜੇ ਧਿਆਨ ਦੇ ਨਾਲ ਤੁਸੀਂ ਉਸ ਨੂੰ ਹੱਥ ਵਿੱਚ ਪਕੜਿਆ ਪਿਆ ਨਾ, ਤੇ ਤੁਸੀਂ ਸਬਜ਼ੀਆਂ ਕੱਟੋਗੇ, ਹੱਥ ਨਹੀਂ ਕੱਟਿਆ ਜਾਏਗਾ। ਤੁਹਾਡਾ ਫੋਕਸ ਹੋਵੇ, ਹੱਥ ਟਿਕਿਆ ਹੋਇਆ ਹੋਵੇ, ਬਸ ਇੰਨੀ ਕੁ ਗੱਲ ਹੈ। ਜਦੋਂ ਤੱਕ ਮਨ ਡੋਲਦਾ ਪਿਆ ਹੈ ਉਦੋਂ ਤੱਕ ਚਿੰਤਾ ਰਹੇਗੀ, ਪਰ ਜਿਸ ਦਿਨ ਮਨ ਟਿਕਾ ਦੇ ਵਿੱਚ ਆ ਗਿਆ, ਮਨ ਫੋਕਸ ਦੇ ਵਿੱਚ ਆ ਗਿਆ, ਚਿੰਤਾ ਖਤਮ ਹੋ ਜਾਣੀ ਹੈ। ਤਾਂ ਹੀ ਤਾਂ ਬਾਣੀ ਆਪਾਂ ਜਦੋਂ ਪੜ੍ਹਦੇ ਹਾਂ, ਵਾਰ-ਵਾਰ ਸਤਿਗੁਰਾਂ ਨੇ ਐਮਫਸਾਈਜ਼ ਹੀ ਮਨ ਦੇ ਉੱਤੇ ਕੀਤਾ ਹੈ ਕਿ ਮਨ ਨੂੰ ਟਿਕਾ, ਕਿਉਂਕਿ ਮਨ ਹੀ ਸਾਡੀਆਂ ਚਿੰਤਾਵਾਂ ਦਾ ਰੀਜ਼ਨ ਬਣਦਾ ਹੈ। ਮਨ ਹੀ ਸਾਡੀ ਪੂਰੀ ਦੀ ਪੂਰੀ ਬਾਡੀ ਨੂੰ ਕੰਟਰੋਲ ਕਰਦਾ ਹੈ, ਤੇ ਜਿਸ ਦਿਨ ਕਿਤੇ ਮਨ ਫੋਕਸ ਦੇ ਵਿੱਚ ਆ ਗਿਆ, ਮਨ ਕੰਟਰੋਲ ਦੇ ਵਿੱਚ ਆ ਗਿਆ, ਸਤਿਗੁਰੂ ਜੀ ਕਹਿੰਦੇ ਤੇਰੇ ਸਾਰੇ ਦੁੱਖ, ਝੋਰੇ, ਚਿੰਤਾਵਾਂ ਖਤਮ। ਵਾਰ-ਵਾਰ ਗੱਲ ਇਹੀ ਗੁਰੂ ਸਾਹਿਬ ਨੇ ਬਾਣੀ 'ਚ ਸਾਨੂੰ ਸਮਝਾਈ ਹੈ। ਕਹਿੰਦੇ ਨੇ ਨਾ ਸਤਿਗੁਰੂ ਜੀ, ਮਨ ਕੀ ਮਤ ਤਿਆਗੋ ਹਰਿ ਜਨ, ਆਪਣੀ ਮਤ ਨੂੰ ਛੱਡ, ਗੁਰੂ ਦੀ ਮਤ ਗ੍ਰਹਿਣ ਕਰ। ਕਿਉਂ? ਕਿਉਂਕਿ ਗੁਰੂ ਦੀ ਮਤ ਨੇ ਇਸ ਮਨ ਨੂੰ ਟਿਕਾਉਣਾ ਹੈ, ਗੁਰੂ ਦੀ ਮਤ ਨੇ, ਗੁਰੂ ਦੇ ਉਪਦੇਸ਼ ਨੇ ਇਸ ਮਨ ਨੂੰ ਫੋਕਸ ਦੇ ਵਿੱਚ ਲੈ ਕੇ ਆਉਣਾ ਹੈ। ਤੇ ਜਿਸ ਦਿਨ ਗੁਰੂ ਦੀ ਮਤ ਗ੍ਰਹਿਣ ਕਰ ਲਈ, ਮਨ ਫੋਕਸ ਦੇ ਵਿੱਚ ਆ ਗਿਆ, ਸਾਹਿਬ ਜੀ ਕਹਿੰਦੇ ਚਿੰਤਾ ਆਪਣੇ ਆਪ ਹੀ ਖਤਮ ਹੋ ਜਾਣੀ ਹੈ। ਗੁਰੂ ਅਰਜਨ ਸਾਹਿਬ ਦਾ ਹੀ ਬਚਨ ਹੈ ਜੀ, ਕਹਿੰਦੇ ਝੱਜਾ ਝੂਰਨ ਮਿਟੈ ਤੁਮਾਰੋ। ਝੂਰਨ, ਇਹ ਜਿਹੜਾ ਬਚਨ ਆਪਾਂ ਵਿਚਾਰਦੇ ਪਏ ਨਾ, ਇਹਦੇ ਵਿੱਚ ਵੀ ਗੁਰੂ ਸਾਹਿਬ ਨੇ ਵਰਡ ਜਿਹੜਾ ਯੂਜ਼ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ, ਝੱਜੈ ਝੂਰ ਮਰੋ ਕਿਆ ਪ੍ਰਾਣੀ। ਝੂਰ, ਝੂਰ ਦਾ ਮਤਲਬ ਹੈ ਝੂਰਨਾ, ਦੁਖੀ ਹੋਣਾ, ਚਿੰਤਤ ਹੋਣਾ। ਕਿਉਂ ਕਹਿੰਦੇ ਆਤਮਿਕ ਮੌਤੇ ਮਰਦਾ ਪਿਆ ਦੁਖੀ ਹੋ ਕੇ, ਚਿੰਤਾ ਕਰ ਕਰਕੇ। ਤੇ ਗੁਰੂ ਅਰਜਨ ਸਾਹਿਬ ਕੀ ਕਹਿੰਦੇ? ਕਹਿੰਦੇ ਐ ਝੱਜਾ ਝੂਰਨ ਮਿਟੈ ਤੁਮਾਰੋ, ਤੇਰੀ ਚਿੰਤਾ ਖਤਮ ਹੋ ਜਾਏਗੀ। ਕਦੋਂ ਖਤਮ ਹੋਏਗੀ? ਸਾਹਿਬ ਜੀ ਕਹਿੰਦੇ ਬਸ ਇੱਕ ਕੰਮ ਕਰਨਾ ਹੈ ਕਿ ਰਾਮ ਨਾਮ ਸਿਉ ਕਰ ਵਿਵਹਾਰੋ, ਰੱਬ ਦੇ ਨਾਮ ਦੇ ਨਾਲ ਵਪਾਰ ਕਰ, ਰੱਬ ਦੇ ਨਾਮ ਦੇ ਨਾਲ ਜੁੜ ਜਾ। ਮਨ ਨੂੰ ਇੱਕ ਸਾਈਡ ਤੇ ਲਗਾ ਲਾ, ਭਟਕਦਾ ਨਾ ਫਿਰ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਆਪਣੇ ਸਿਰ ਨੂੰ ਰੱਖੇ ਤੇ ਬੇਨਤੀ ਕਰ, ਮਾਲਕ ਕਿਰਪਾ ਕਰ, ਐ ਮੈਂ ਰੱਖ ਦਿੱਤਾ ਹੈ ਤੇਰੇ ਚਰਨਾਂ ਦੇ ਵਿੱਚ, ਤੇ ਇਹਦੇ ਵਿੱਚ ਆਪਣੀ ਮੱਤ ਪਾ ਦੇ, ਇਹ ਬੇਨਤੀ ਕਰ ਦੇ। ਤੇ ਜਿਸ ਦਿਨ ਗੁਰੂ ਦੀ ਮੱਤ ਤੈਨੂੰ ਪ੍ਰਾਪਤ ਹੋ ਗਈ, ਉਸ ਦਿਨ ਫਿਰ ਤੇਰੀ ਚਿੰਤਾ ਖਤਮ ਹੋ ਜਾਣੀ ਹੈ। ਰਾਮ ਨਾਮ ਸਿਉ ਕਰ ਵਿਵਹਾਰੋ ਵਾਲੀ ਜਿਹੜੀ ਗੱਲ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾ, ਉਹ ਸਟਾਰਟ ਹੋ ਜਾਣੀ ਹੈ। ਤੇ ਜਿਸ ਦਿਨ ਉਹ ਸਟਾਰਟ ਹੋ ਗਈ, ਤੇਰੀ ਚਿੰਤਾ ਖਤਮ ਹੋ ਜਾਣੀ ਹੈ। ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਤੋਂ ਅਸਾਮ ਦੇ ਦੌਰੇ ਤੇ ਗਏ ਸੀ, ਪਟਨਾ ਦੇ ਵਿੱਚ ਠਹਿਰੇ। ਪਟਨਾ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਪਰਿਵਾਰ ਨੂੰ ਮਿਲਣ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਵਾਪਸ ਅਨੰਦਪੁਰ ਸਾਹਿਬ ਆਉਂਦੇ ਨੇ। ਤੇ ਜਦੋਂ ਵਾਪਸ ਆਏ ਤੇ ਸੰਗਤਾਂ ਜਿਹੜੀਆਂ ਨੇ ਦਰਸ਼ਨਾਂ ਨੂੰ ਆ ਰਹੀਆਂ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਦਰਸ਼ਨਾਂ ਨੂੰ ਸੰਗਤਾਂ ਆ ਰਹੀਆਂ ਨੇ। ਤੇ ਇੱਕ ਦਿਨ ਸਤਿਗੁਰੂ ਜੀ ਸਤਲੁਜ ਦਰਿਆ ਜਿਹੜਾ ਸਤਲੁਜ, ਉਹਦੇ ਕਿਨਾਰੇ ਤੇ ਸੈਰ ਪਏ ਕਰਦੇ ਨੇ, ਸੈਰ ਕਰ ਰਹੇ ਨੇ। ਤੇ ਕੀ ਦੇਖਦੇ ਨੇ? ਇੱਕ ਪੰਡਿਤ ਜੀ ਪੂਜਾ ਕਰਦੇ ਪਏ ਹੈ, ਪੰਡਿਤ ਜੀ ਪੂਜਾ ਕਰਦੇ ਪਏ ਨੇ। ਤੇ ਜਦੋਂ ਉਸ ਪੰਡਿਤ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖਿਆ ਨਾ ਆਉਂਦਿਆਂ ਹੋਇਆਂ, ਤੇ ਉਹ ਉੱਠ ਖੜਾ ਹੋਇਆ
ਤੇ ਜਾ ਕੇ ਇੱਕ ਬੇਨਤੀ ਕੀਤੀ ਗੁਰੂ ਸਾਹਿਬ ਨੂੰ। ਕਹਿੰਦਾ ਸਤਿਗੁਰੂ ਜੀ ਬੜਾ ਚਿਰ ਹੋ ਗਿਆ, ਮੇਰੀ ਤੇ ਤਕਰੀਬਨ ਆਲਮੋਸਟ ਕਹਿੰਦੇ ਮੇਰੀ ਸਾਰੀ ਉਮਰ ਲੰਘ ਗਈ ਹੈ ਪੂਜਾ ਕਰਦਿਆਂ, ਪੂਜਾ ਪਾਠ ਕਰਦਿਆਂ, ਪਰ ਜੇਕਰ ਮੈਂ ਓਨੈਸਟਲੀ ਤੁਹਾਨੂੰ ਦੱਸਾਂ ਤੇ ਮਨ ਨੂੰ ਟਿਕਾ ਨਹੀਂ ਜੇ ਮਿਲਿਆ, ਮਨ ਨੂੰ ਸ਼ਾਂਤੀ ਅਜੇ ਤੱਕ ਨਹੀਂ ਜੇ ਮਿਲੀ। ਪਤਾ ਨਹੀਂ ਕੀ ਅੰਦਰ ਚੱਲਦਾ ਰਹਿੰਦਾ, ਕੀ ਚਿੰਤਾਵਾਂ ਅੰਦਰ ਲੱਗੀਆਂ ਰਹਿੰਦੀਆਂ ਨੇ। ਬੜਾ ਚਿਰ ਹੋ ਗਿਆ ਪੂਜਾ ਪਾਠ ਕਰਦਿਆਂ, ਪਰ ਅਜੇ ਤੱਕ ਮਨ ਨਹੀਂ ਸ਼ਾਂਤ ਹੋਇਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਥੇ ਇੱਕ ਗੱਲ ਸਮਝਾਈ ਪੰਡਤ ਜੀ ਨੂੰ। ਕਹਿੰਦੇ ਇਹ ਜਿਹੜੇ ਬਾਹਰ ਦੇ ਕਰਮ ਨੇ ਨਾ, ਜਿਹੜੇ ਆਪਾਂ ਕਰਦੇ ਆ, ਇਹਨਾਂ ਦੇ ਨਾਲ ਚਿੰਤਾਵਾਂ ਦੂਰ ਨਹੀਂ ਜੀ ਹੁੰਦੀਆਂ। ਧਿਆਨ ਦਿਓ ਸਾਧ ਸੰਗਤ। ਉਹ ਪੰਡਤ ਜੀ ਕਹਿੰਦੇ ਮੈਂ ਪੂਜਾ ਪਾਠ ਕਰਦੇ ਆ ਬੜਾ ਚਿਰ ਹੋ ਗਿਆ, ਪਰ ਅਜੇ ਤੱਕ ਮਨ ਦੀ ਸ਼ਾਂਤੀ ਨਹੀਂ ਮਿਲੀ, ਮਨ ਦਾ ਟਿਕਾ ਨਹੀਂ ਮਿਲਿਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿੰਦੇ? ਕਹਿੰਦੇ ਬਾਹਰ ਦੇ ਜਿੰਨੇ ਵੀ ਆਪਾਂ ਕਰਮ ਕਰਦੇ ਆ ਨਾ, ਉਹਨਾਂ ਦੇ ਨਾਲ ਮਨ ਦਾ ਟਿਕਾ ਨਹੀਂ ਜੀ ਮਿਲਦਾ, ਅੰਦਰ ਦੀ ਸ਼ਾਂਤੀ ਨਹੀਂ ਜੀ ਮਿਲਦੀ ਉਦੋਂ ਤੱਕ ਜਦੋਂ ਤੱਕ ਅਸੀਂ ਸਿਰਫ ਬਾਹਰ ਤੱਕ ਹੀ ਸੀਮਤ ਰਹਿੰਦੇ ਹਾਂ। ਜਦੋਂ ਤੱਕ ਇਹ ਕਹਿ ਲੈਣਾ ਜੀ ਯਾਰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਸੀ, ਅੱਧੇ ਘੰਟੇ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਦਿੱਤਾ। ਜਦੋਂ ਤੱਕ ਬਾਹਰ ਤੱਕ ਸੀਮਤ ਰਹਿੰਦੇ, ਮੈਂ ਇਹ ਨਹੀਂ ਕਹਿ ਰਿਹਾ ਕਿ ਪਾਠ ਨਹੀਂ ਕਰਨਾ, ਪਾਠ ਕਰਨਾ ਹੈ, ਜ਼ਰੂਰ ਕਰਨਾ ਹੈ। ਜਿਹੜਾ ਇੱਕ ਕਰਦਾ ਭਾਵੇਂ ਦੋ ਕਰੇ, ਚੰਗੀ ਗੱਲ ਹੈ। ਪਰ ਗੁਰੂ ਤੇਗ ਬਹਾਦਰ ਮਹਾਰਾਜ ਸਮਝਾਉਂਦੇ ਕੀ ਪਏ ਨੇ? ਕਹਿੰਦੇ ਜਦੋਂ ਤੱਕ ਅਸੀਂ ਸਿਰਫ ਬਾਹਰ ਤੱਕ ਸੀਮਤ ਹਾਂ, ਸਿਰਫ ਪੜ੍ਹਨ ਤੱਕ ਸੀਮਤ ਹਾਂ, ਮੈਂ ਜੀ ਪਾਠ ਕਰਨਾ ਹੈ, ਕਰ ਦਿੱਤਾ। ਮੈਂ ਇੱਕ ਦਿਨ ਕਾਫੀ ਟਾਈਮ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਪਾਠ ਪੜ੍ਹਨਾ ਤੇ ਪਾਠ ਕਰਨਾ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਮੈਂ ਗੁਟਕਾ ਸਾਹਿਬ ਹੱਥ 'ਚ ਫੜ ਲਿਆ, ਪਾਠ ਪੜ੍ਹਦਾ ਪਿਆ ਵਾਂ, ਤੇ ਪਾਠ ਕਰਨਾ ਕੀ ਹੈ? ਜਿਸ ਦਿਨ ਜਿਹੜੀ ਬਾਣੀ ਮੈਂ ਪੜ੍ਹਦਾ ਪਿਆ, ਉਸ ਬਾਣੀ ਨੂੰ ਪੜ੍ਹਦਿਆਂ ਹੋਇਆਂ ਥੋੜਾ ਥੋੜਾ ਵਿਚਾਰ ਕੇ ਉਹਨੂੰ ਸਮਝਣਾ ਸ਼ੁਰੂ ਕਰ ਦਿੱਤਾ ਨਾ, ਉਹ ਮੇਰਾ ਪਾਠ ਕਰਨਾ ਹੋਏਗਾ। ਵੈਸੇ ਮੋਸਟਲੀ ਅਸੀਂ ਸਾਰੇ, ਮੈਂ ਵੀ ਵਿੱਚ ਹੀ ਹਾਂ, ਅਸੀਂ ਪਾਠ ਪੜ੍ਹਦੇ ਹਾਂ, ਪਾਠ ਕੋਈ ਵਿਰਲਾ ਹੀ ਕਰਦਾ ਹੈ। ਤੇ ਜਿਹੜਾ ਕਰਦਾ ਹੈ ਨਾ, ਉਹਦਾ ਫਿਰ ਅੰਦਰ ਜਿਹੜਾ ਹੈ ਨਾ ਉਹ ਟਿਕਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਪੰਡਤ ਜੀ ਨੂੰ ਇਹੀ ਗੱਲ ਸਮਝਾਈ। ਕਹਿੰਦੇ ਬਾਹਰ ਦੀਆਂ ਜਿੰਨੀਆਂ ਵੀ ਸਾਡੀਆਂ ਕਿਰਿਆਵਾਂ ਨੇ, ਐਕਸ਼ਨਸ ਨੇ, ਐਕਟੀਵਿਟੀਜ਼ ਨੇ, ਧਰਮ ਦੇ ਨਾਲ ਸੰਬੰਧਿਤ, ਉਦੋਂ ਤੱਕ ਮਨ ਟਿਕਾ ਦੇ ਵਿੱਚ ਨਹੀਂ ਆਏਗਾ ਜਦੋਂ ਤੱਕ ਸਿਰਫ ਬਾਹਰ ਤੱਕ ਸੀਮਤ ਨੇ। ਜਦੋਂ ਪਾਠ ਪੜ੍ਹਨ ਦੀ ਜਾਂ ਪਾਠ ਕਰਨ ਦੀ ਭਾਵਨਾ ਨੂੰ ਅਸੀਂ ਸਮਝ ਲਿਆ, ਉਹਨੂੰ ਪੜ੍ਹ ਕੇ ਵਿਚਾਰਨਾ ਸ਼ੁਰੂ ਕਰ ਦਿੱਤਾ, ਸਤਿਗੁਰੂ ਜੀ ਕਹਿੰਦੇ ਫਿਰ ਉਸ ਦਿਨ ਇਸ ਮਾਈਂਡ ਨੇ, ਇਸ ਮਨ ਨੇ ਫੋਕਸ ਦੇ ਵਿੱਚ ਆਉਣਾ ਸਟਾਰਟ ਹੋ ਜਾਣਾ। ਤੇ ਜਿਸ ਦਿਨ ਆਉਣਾ ਸ਼ੁਰੂ ਹੋ ਗਿਆ, ਚਿੰਤਾਵਾਂ ਹੌਲੀ ਹੌਲੀ ਅੰਦਰੋਂ ਖਤਮ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ। ਇੱਕ ਬੜੀ ਪਿਆਰੀ ਕਿਸੇ ਵਿਦਵਾਨ ਨੇ ਗੱਲ ਕਹੀ, ਕਹਿੰਦਾ ਆਮ ਤੌਰ ਤੇ ਅੱਜ ਕੱਲ੍ਹ ਕਿਹਾ ਜਾਂਦਾ ਜੀ, ਅੰਗਰੇਜ਼ੀ ਦੇ ਦੋ ਕੁ ਵਰਡ ਯੂਜ਼ ਕੀਤੇ ਜਾਂਦੇ ਨੇ, ਕਹਿੰਦੇ ਲੈਟ ਇਟ ਗੋ। ਚਿੰਤਾ ਨੂੰ ਕਹਿੰਦੇ ਜਾਣ ਦੋ, ਛੱਡ ਦੋ ਚਿੰਤਾ। ਆਪਣੇ ਆਪ ਕਿੱਥੋਂ ਚਲੀ ਜਾਏਗੀ? ਕਿਵੇਂ ਚਲੀ ਜਾਏਗੀ ਆਪਣੇ ਆਪ? ਇਹ ਆਪਣੇ ਆਪ ਲੈਟ ਇਟ ਗੋ ਨਹੀਂ ਹੋਣ ਵਾਲੀ, ਇਸ ਨੂੰ ਕਰਨਾ ਪੈਣਾ ਹੈ। ਇਸ ਨੂੰ ਦੂਰ ਕਰਨ ਵਾਸਤੇ, ਇਸ ਤੋਂ ਛੁਟਕਾਰਾ ਪਾਉਣ ਵਾਸਤੇ ਕੁਝ ਨਾ ਕੁਝ ਇਨਸਾਨ ਨੂੰ ਆਪ ਐਫਰਟ ਕਰਨਾ ਪੈਣਾ ਹੈ। ਤੇ ਉਹ ਐਫਰਟ ਬਾਹਰ ਮੁਖੀ ਨਹੀਂ ਹੋਏਗਾ, ਇਨਸਾਨ ਨੂੰ ਆਪਣੇ ਅੰਦਰ ਜਾਣਾ ਪਏਗਾ। ਜਦੋਂ ਅੰਦਰ ਨੂੰ ਖੋਜੇਗਾ ਨਾ, ਅੰਦਰ ਦੇ ਨਾਲ ਸਾਂਝ ਪਾਏਗਾ ਨਾ, ਫਿਰ ਇਹ ਚਿੰਤਾ ਜਾਣੀ ਸ਼ੁਰੂ ਹੋਏਗੀ। ਵੈਸੇ ਇਹ ਜਾਣ ਵਾਲੀ ਨਹੀਂ ਜੇ। ਫਿਰ ਇਨਸਾਨ ਨੂੰ ਇਹ ਗੱਲ ਸਮਝ ਆ ਜਾਣੀ ਹੈ ਕਿ ਉਹ ਪਰਮਾਤਮਾ ਪੈਦਾ ਕਰਨ ਵਾਲਾ ਹੈ ਤੇ ਪਾਲਣ ਵਾਲਾ ਵੀ, ਰਿਜ਼ਕ ਵੀ ਉਹੀ ਪਹੁੰਚਾਉਣ ਵਾਲਾ ਹੈ। ਤੇ ਜਿਸ ਦਿਨ ਇਹ ਗੱਲ ਸਮਝ ਆ ਗਈ, ਇਨਸਾਨ ਦੀਆਂ ਸਾਰੀਆਂ ਚਿੰਤਾਵਾਂ ਖਤਮ। ਫਿਰ ਉਹ ਆਪਣੇ ਬੱਚਿਆਂ ਦੀ ਵੀ ਚਿੰਤਾ ਨਹੀਂ ਕਰੇਗਾ। ਉਹਨੂੰ ਪਤਾ ਹੋਏਗਾ ਕਿ ਇਹ ਮਿਹਨਤ ਕਰਨਗੇ, ਓਨੈਸਟ ਜ਼ਿੰਦਗੀ ਜੀਉਣਗੇ, ਸਪੈਂਡ ਕਰਨਗੇ ਚੰਗੀ ਤਰ੍ਹਾਂ ਲਾਈਫ, ਤੇ ਇਹਨਾਂ ਦਾ ਜੀਵਨ ਸਫਲ ਹੋਏਗਾ। ਇਹਨਾਂ ਨੂੰ ਕੋਈ ਜੀਵਨ ਦੇ ਵਿੱਚ ਕਮੀ ਨਹੀਂ ਆਏਗੀ। ਪਰ ਜੇਕਰ ਮੈਂ ਇਹੀ ਸੋਚਦਾ ਰਿਹਾ ਕਿ ਮੈਂ ਕਰਾਂ ਤਾਂ ਇਹਨਾਂ ਦਾ ਕੁਝ ਹੋਏਗਾ, ਫਿਰ ਕੁਝ ਨਹੀਂ ਜੇ ਹੋਣ ਵਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਪਏ ਨੇ, ਝੱਜਾ ਅੱਖਰ ਹੈ ਗੁਰਮੁਖੀ ਦਾ, ਝੂਰ ਮਰੋ ਕਿਆ ਪ੍ਰਾਣੀ। ਮਰੋ ਕਿਆ ਪ੍ਰਾਣੀ ਦਾ ਮਤਲਬ ਹੈ ਕਿ ਇਹ ਬੰਦਿਆ ਤੂੰ ਆਤਮਿਕ ਮੌਤੇ, ਇੱਥੇ ਮਰੋ ਜਿਹੜਾ ਲਫ਼ਜ਼ ਹੈ ਨਾ, ਮਰਨਾ, ਇਹਦਾ ਸਰੀਰਕ ਤੌਰ ਤੇ ਮਰਨ ਦਾ ਅਰਥ ਨਹੀਂ, ਆਤਮਿਕ ਤੌਰ ਤੇ, ਸਪਿਰਿਚੁਅਲ ਡੈਥ। ਕਹਿੰਦੇ ਚਿੰਤਾ ਕਰ ਕਰਕੇ ਤੂੰ ਕਿਉਂ ਆਤਮਿਕ ਮੌਤੇ ਮਰਦਾ ਪਿਆ ਹੈ? ਜੋ ਕਿਛ ਦੇਣਾ ਸੋ ਦੇ ਰਿਹਾ। ਜੋ ਪਰਮਾਤਮਾ ਨੇ ਰਿਜ਼ਕ ਕਿਸੇ ਨੂੰ ਦੇਣਾ ਹੈ ਨਾ, ਉਹ ਦਿੰਦਾ ਪਿਆ ਹੈ, ਕੰਟੀਨਿਊਸਲੀ ਦਿੰਦਾ ਪਿਆ ਹੈ, ਉਹ ਰੁਕਦਾ ਨਹੀਂ ਹੈ। ਜਿਹੜੇ ਜੀਵ ਉਹਨੇ ਪੈਦਾ ਕੀਤੇ ਨੇ, ਹਾਂ ਉਹ ਵੱਖਰੀ ਗੱਲ ਹੈ, ਕਿਸੇ ਨੂੰ ਥੋੜ੍ਹਾ ਮਿਲਦਾ, ਕਿਸੇ ਨੂੰ ਜ਼ਿਆਦਾ ਮਿਲਦਾ ਜ਼ਰੂਰ ਪਿਆ ਹੈ। ਉਹਦੇ ਘਰ ਦੇ ਵਿੱਚੋਂ ਦੇ ਵੇਖੈ ਹੁਕਮ ਚਲਾਏ, ਦੇ ਵੇਖੈ। ਦੇ ਦਾ ਮਤਲਬ ਹੈ ਦਿੰਦਾ ਪਿਆ ਹੈ ਰਿਜ਼ਕ, ਵੇਖੈ ਦਾ ਮਤਲਬ ਹੈ ਸੰਭਾਲ ਕਰਨੀ, ਹੁਕਮ ਚਲਾਏ ਦਾ ਮਤਲਬ ਹੈ ਕਿ ਉਹਦਾ ਜਿਹੜਾ ਬਣਾਇਆ ਹੋਇਆ ਨਿਯਮ ਹੈ ਨਾ, ਰਿਜ਼ਕ ਦੇਣ ਵਾਲਾ, ਰੋਜੀ ਦੇਣ ਵਾਲਾ, ਉਹ ਆਪਣੇ ਹੁਕਮ ਦੇ ਮੁਤਾਬਕ ਸਾਰਿਆਂ ਨੂੰ ਦਈ ਜਾ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਦੇ ਵੇਖੈ ਹੁਕਮ ਚਲਾਏ, ਜਿਉਂ
ਜੀਆਂ ਕਾ ਰਿਜਕ ਪਿਆ। ਜਿਸ ਤਰ੍ਹਾਂ ਜਿੰਨਾ ਕੋ ਪ੍ਰਮਾਤਮਾ ਨੇ ਲਿਖ ਦਿੱਤਾ ਉਹਦੇ ਅਕੋਰਡਿੰਗਲੀ ਹਰ ਇੱਕ ਨੂੰ ਮਿਲਦਾ ਪਿਆ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਐਵੇਂ ਰਿਜਕ ਦੀ ਚਿੰਤਾ ਕਰਕੇ ਆਪਣੇ ਆਤਮਿਕ ਜੀਵਨ ਨੂੰ ਵੇਸਟ ਨਾ ਕਰ, ਬਰਬਾਦ ਨਾ ਕਰ। ਇਸੇ ਕਰਕੇ ਤਾਂ ਬਾਣੀ ਚੋਂ ਆਪਾਂ ਪੜ੍ਹਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੇ ਰੋਜੀ ਦੇ। ਹਰ ਇੱਕ ਥਾਂ ਤੇ ਪੈਦਾ ਕੀਤੇ ਹੋਏ ਜੀਵਾਂ ਨੂੰ ਉਹ ਰਿਜਕ ਦੇ ਰਿਹਾ ਹੈ। ਇੱਕ ਇਨਸਾਨ ਹੀ ਹੈ ਜਿਹੜਾ ਬਸ ਚਿੰਤਾ ਦੇ ਵਿੱਚ ਡੁੱਬਾ ਪਿਆ ਹੈ। ਪਸ਼ੂ ਪੰਛੀ ਚਿੰਤਾ ਨਹੀਂ ਜੇ ਕਰਦੇ, ਮਿਲਦਾ ਪਿਆ ਹੈ। ਉਹ ਕਿਤੇ ਕਮਾਉਣ ਜਾਂਦੇ ਨੇ? ਨਹੀਂ। ਉਹ ਉਹਨਾਂ ਦਾ ਕੋਈ ਬਿਜ਼ਨਸ ਨਹੀਂ ਜੇ ਚੱਲਦਾ, ਉਹ ਕੋਈ ਕਿਤੇ ਕਿਸੇ ਵੱਡੀ ਕੰਪਨੀ ਦੇ ਵਿੱਚ ਜੋਬ ਨਹੀਂ ਜੇ ਕਰਦੇ। ਪਲ ਉਹ ਵੀ ਰਹੇ ਨੇ ਤੇ ਬੜੀ ਚੰਗੀ ਤਰ੍ਹਾਂ ਪਲਦੇ ਪਏ ਨੇ। ਕੇਵਲ ਪਲਦੇ ਹੀ ਨਹੀਂ ਪਏ, ਸਾਨੂੰ ਵੀ ਪਾਲਦੇ ਪਏ ਆ। ਪਸ਼ੂ ਦੁੱਧ ਦਿੰਦੇ ਨੇ ਜੀ, ਉਹ ਦੁੱਧ ਕੌਣ ਯੂਜ਼ ਕਰਦਾ ਹੈ? ਉਹ ਆਪ ਥੋੜ੍ਹੀ ਨਾ ਉਹ ਡੇਅਰੀ ਖੋਲ੍ਹ ਕੇ ਬੈਠੇ ਨੇ ਤੇ ਵੇਚਦੇ ਪਏ ਨੇ, ਉਹ ਅਸੀਂ ਯੂਜ਼ ਕਰਦੇ ਹਾਂ। ਅਸੀਂ ਉਸ ਦੁੱਧ ਦੇ ਨਾਲ ਬਿਜ਼ਨਸ ਸਟਾਰਟ ਕਰਕੇ ਤੇ ਆਪਣਾ ਤੇ ਹੋਰਾਂ ਦਾ ਪੇਟ ਪਾਲਦੇ ਹਾਂ। ਬੜਾ ਕੁਛ ਜੀ ਪਰਮਾਤਮਾ ਸਾਰਿਆਂ ਨੂੰ ਦੇ ਰਿਹਾ ਹੈ। ਇੱਕ ਇਨਸਾਨ ਹੀ ਚਿੰਤਾ ਦੇ ਵਿੱਚ ਹੈ, ਬਾਕੀ ਉਹਦੇ ਪੈਦਾ ਕੀਤੇ ਹੋਏ ਜੀਵ ਬੜੇ ਆਨੰਦ ਦੇ ਵਿੱਚ ਨੇ ਜੀ। ਸਤਿਗੁਰੂ ਜੀ ਕਿਰਪਾ ਕਰਨ ਕਿਤੇ ਇਹ ਚਿੰਤਾ ਇਨਸਾਨ ਦੇ ਅੰਦਰੋਂ ਖਤਮ ਹੋ ਜਾਏ, ਅਸਲੀਅਤ ਨੂੰ ਸਮਝ ਜਾਏ ਕਿ ਪਾਲਣ ਵਾਲਾ ਪਰਮਾਤਮਾ ਹੈ, ਤਾਂ ਕਰਕੇ ਕਿਤੇ ਇਹਦਾ ਭਲਾ ਹੋ ਸਕੇਗਾ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।